ਸਾਡੇ ਕੋਲ ਅਸੀਂ ਭਾਵੇਂ ਰੇਟ ਘਟਾਇਆ ਪਰ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਇੱਕ ਅਪਰ ਲੋਅਰ ਅਬਡੋਮਨ ਦਾ ਅਲਟਰਾਸਾਊਂਡ ਆ ਉਹ ਸਾਡੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੇ ਪ੍ਰਾਈਵੇਟ ਤਕਰੀਬਨ ਮਿਨੀਮਮ 500 600 700 ਤੋਂ ਘੱਟੋ ਘੱਟ ਕੋਈ ਸੈਂਟਰ ਸ਼ੁਰੂ ਕਰਦਾ। ਪਰ ਪ੍ਰਾਈਵੇਟ ਕਈ ਇੱਦਾਂ ਦੇ ਵੀ ਨੇ ਜਿਹੜੇ ਉਸੇ ਅਲਟਰਾਸਾਊਂਡ ਦੇ 1000 1200 ਵੀ ਲੈਂਦੇ ਨੇ। ਬਾਕੀ ਕਮਿਸ਼ਨ ਵਾਲਾ ਸਿਸਟਮ ਤਾਂ ਵੀਰ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੈਗਾ ਹੀ ਆ। ਰੇਟ ਜ਼ਿਆਦਾ ਦਾ ਕਾਰਨ ਜ਼ਿਆਦਾਤਰ ਕਮਿਸ਼ਨ ਸਿਸਟਮ ਹੀ ਹੈਗਾ, ਹੋਰ ਕੋਈ ਕਾਰਨ ਨਹੀਂ। ਐਕਸਰੇ ਆ ਅਸੀਂ 100 ਰੁਪਏ ਦਾ ਕਰਦੇ ਆ, ਉਲਟਾ ਕੋਈ ਚੈਰੀਟੇਬਲ ਸੈਂਟਰ ਆ ਉਹ ਉਲਟਾ 120 ਰੁਪਏ ਦਾ ਕਰ ਰਿਹਾ ਔਰ ਨਾਲ ਉਹਨਾਂ ਕੋਲ ਡੋਨੇਸ਼ਨਾਂ ਵੀ ਆਉਂਦੀਆਂ ਤਾਂ ਡੋਨੇਸ਼ਨ ਲੈਂਦੇ ਹੀ ਨਹੀਂ। ਸਾਡੇ ਕੋਲ 22 ਸਰਕਦਾਰ ਚ ਬਹੁਤ ਹੀ ਹਾਈ ਐਂਡ ਦੇ IAS ਅਫਸਰ IPS ਕਈ ਐਦਾਂ ਦੇ ਵੀ ਨੇ ਜਿਹੜੇ ਸਾਡੇ ਕੋਲ ਹੀ ਟੈਸਟ ਕਰਾਉਂਦੇ ਨੇ। ਕਈ ਸੀਨੀਅਰ ਨੇ ਜਿਹੜੇ ਸਾਡੇ ਕੋਲ ਆ ਕੇ ਕਿਉਂਕਿ ਉਹਨਾਂ ਨੇ ਸਾਡੇ ਸੈਂਟਰ ਨੂੰ ਪਰਖਿਆ ਹੋਇਆ। ਮੈਂ ਪੇਸ਼ੈਂਟ ਨੂੰ ਪੁੱਛਿਆ ਵੀ ਤੁਹਾਨੂੰ ਕੀ ਦਿੱਕਤ ਹੈ, ਕਹਿੰਦੇ ਡਾਕਟਰ ਕਹਿੰਦੇ ਨੇ ਕਿ ਇਸ ਬ੍ਰਾਂਡ ਤੋਂ ਟੈਸਟ ਕਰਾ ਕੇ ਲੈ ਕੇ ਆਉਣਾ ਹੈ। ਮੈਂ ਕਿਹਾ ਜੇ ਤੁਹਾਡੇ ਮੈਂ ਇਸ ਬ੍ਰਾਂਡ ਤੋਂ ਮੈਂ ਟੈਸਟ ਕਰਾ ਦੇਵਾਂ, ਕਹਿੰਦੇ ਤੁਸੀਂ ਕਰਾ ਦਿਓ। ਮੈਂ ਇੱਕੋ ਸ਼ਰਤ ਰੱਖੀ ਸੀ ਜੇ ਉਹ ਬ੍ਰਾਂਡ ਤੋਂ ਸੇਮ ਰਿਪੋਰਟਾਂ ਆਉਣਗੀਆਂ ਤਾਂ ਤੁਹਾਡੇ ਕੋਲ ਮੈਂ ਬ੍ਰਾਂਡ ਦੀ ਪੇਮੈਂਟ ਲਵਾਂਗਾ। ਜੇ ਰਿਪੋਰਟਾਂ ਨਹੀਂ ਸੇਮ ਆਉਣਗੀਆਂ ਤੇ ਮੈਂ ਆਪਣੀ ਪੇਮੈਂਟ ਤਾਂ ਵਾਪਸ ਕਰਾਂਗਾ ਹੀ ਕਰਾਂਗਾ ਤੁਹਾਨੂੰ, ਤੇ ਬ੍ਰਾਂਡ ਵਾਲੀ ਪੇਮੈਂਟ ਵੀ ਮੈਂ ਆਪਣੀ ਜੇਬ ਚੋਂ ਖਰਚਾਂਗਾ। ਉਹਨਾਂ ਦੇ ਦਿਲ ਵਿੱਚ ਵਹਿਮ ਕਿਹਨੇ ਪਾਇਆ? ਡਾਕਟਰ ਨੇ ਪਾਇਆ ਜੀ, ਹੋਰ ਕੌਣ ਪਾ ਸਕਦਾ, ਡਾਕਟਰ ਨੇ ਪਾਇਆ ਜੀ। ਚੰਗੇ ਮਾੜੇ ਗੀਤਾਂ ਨੂੰ, ਪੋਸਟਾਂ ਨੂੰ ਜਾਂ ਖਬਰਾਂ ਨੂੰ ਸ਼ੇਅਰ ਕਰਨ ਵਾਲਿਓ, ਮੇਰੀ ਤੁਹਾਡੇ ਅੱਗੇ ਅਪੀਲ ਹੈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਦੀ ਵੀ ਜਾਨ ਪੈਸਿਆਂ ਦੀ ਕਮੀ ਕਰਕੇ ਨਾ ਜਾਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਵੇਲੇ ਅਸੀਂ ਮੌਜੂਦ ਹਾਂ ਸ਼੍ਰੀ ਗੁਰੂ ਹਰਰਾਏ ਸਾਹਿਬ ਮੈਡੀਕਲ ਸੈਂਟਰ, ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹੀ 10ਵੀਂ ਢਕੌਲੀ ਵਿਖੇ, ਜਿੱਥੇ ਕਿ ਮਹਿੰਗੇ ਡਾਕਟਰੀ ਟੈਸਟ ਬੜੀਆਂ ਹੀ ਘੱਟ ਕੀਮਤਾਂ 'ਤੇ ਕੀਤੇ ਜਾਂਦੇ ਨੇ। ਇੱਕ ਗੱਲ ਹੋਰ, ਜੇ ਕਿਸੇ ਕੋਲ ਪੈਸੇ ਨਹੀਂ ਉਹਨਾਂ ਦਾ ਟੈਸਟ ਮੁਫਤ ਵੀ ਕੀਤਾ ਜਾਂਦਾ ਹੈ। ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਇਸ ਮੈਡੀਕਲ ਸੈਂਟਰ ਦੇ ਸੰਚਾਲਕ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਦੀ ਟੀਮ। ਬਹੁਤ ਸਵਾਗਤ ਹੈ ਤੇ ਖਬਰਸਾਰ ਤੇ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਹਨੂੰ ਕਵਰ ਕਰਨ ਆਏ ਹੋ, ਅਤੇ ਜੋ ਤੁਸੀਂ ਸੰਚਾਲਕ ਦੀ ਗੱਲ ਕੀਤੀ ਹੈ ਉਹ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਗੁਰੂ ਸਾਹਿਬ ਜੀ ਦਾ ਸਿਰ 'ਤੇ ਹੱਥ ਹੈ। ਸੰਚਾਲਕ ਇਸ ਸੰਸਥਾ ਦੇ ਤਕਰੀਬਨ ਜਦੋਂ ਤੋਂ ਸ਼ੁਰੂ ਕੀਤੀ ਹੈ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਦੇ ਨਾਮ ਤੋਂ ਸ਼ੁਰੂ ਕੀਤੀ ਹੈ, ਅਤੇ ਉਹੀ ਸੰਚਾਲਕ ਨੇ, ਉਹੀ ਚਲਾ ਰਹੇ ਨੇ, ਉਹਨਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਹੈਗਾ। ਉਹੀ ਇੱਕ ਤੋਂ ਇੱਕ ਕਰਕੇ ਅਸੀਂ 22 ਸੈਕਟਰ ਤੋਂ ਸ਼ੁਰੂ ਕੀਤਾ ਸੀ, ਖਰੜ ਪਹੁੰਚੇ ਹਾਂ। ਖਰੜ ਤੋਂ ਪਹਿਲਾਂ VIP ਰੋਡ 'ਤੇ ਪਹੁੰਚੇ ਸੀ, ਉੱਥੋਂ ਹੁਣ ਅੱਜ ਅਸੀਂ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਢਗੋਲੀ ਜ਼ੀਰਕਪੁਰ ਵਿਖੇ ਅੱਜ ਅਸੀਂ ਕਾਰਜ ਦੀ ਸ਼ੁਰੂਆਤ ਕੀਤੀ ਹੈ। ਲੇਕਿਨ ਗੁਰੂ ਸਾਹਿਬ ਨੇ ਸੇਵਾ ਤੁਹਾਡੇ ਲੇਖੇ ਲਾਈ ਹੈ, ਇਸ ਕਰਕੇ ਵਧਾਈ ਦੇ ਪਾਤਰ ਤੁਸੀਂ ਹੋ, ਉਸ ਸੇਵਾ ਨੂੰ ਨਿਭਾ ਵੀ ਰਹੇ ਹੋ। ਮੈਂ ਮਾਣ ਮਹਿਸੂਸ ਕਰਦਾ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਜਿਨ੍ਹਾਂ ਨੇ ਮੌਕਾ ਦਿੱਤਾ ਮੈਨੂੰ, ਤਕਰੀਬਨ ਸਾਲ ਡੇਢ ਸਾਲ ਤੋਂ ਮੇਰੇ ਨਾਲ ਗੱਲਬਾਤ ਉਹਨਾਂ ਦੀ ਚੱਲ ਰਹੀ ਸੀਗੀ, ਅਤੇ ਪਿਛਲੇ ਸਾਲ ਮੈਂ ਉਹਨਾਂ ਨੂੰ ਫਿਰ ਹਾਂ ਕੀਤੀ ਸੀ ਕਿ ਚਲੋ ਤੁਸੀਂ ਉਪਰਾਲਾ ਕਰੋ ਅਤੇ ਅਸੀਂ ਇਹਦੇ 'ਤੇ ਅੱਗੇ ਕਦਮ ਵਧਾਉਂਦੇ ਹਾਂ, ਅਤੇ ਬੜਾ ਸ਼ਲਾਘਾਯੋਗ ਕਦਮ ਉਹਨਾਂ ਨੇ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਉਹਨਾਂ ਨੇ ਬੇਨਤੀ ਕੀਤੀ, ਜਿਨ੍ਹਾਂ ਨੂੰ ਦੀ ਬੇਨਤੀ ਨੂੰ ਕਬੂਲ ਕਰਕੇ ਅੱਜ ਤੁਹਾਡੇ ਮੇਰੇ ਪਿੱਛੇ ਬਿਲਡਿੰਗ ਖੜੀ ਹੈ, ਬਿਲਕੁਲ ਸਾਡੇ ਨਕਸ਼ੇ ਦੇ ਹਿਸਾਬ ਨਾਲ, ਜਿੱਦਾਂ ਸਾਨੂੰ ਚਾਹੀਦਾ ਸੀ ਉਹਦੇ ਹਿਸਾਬ ਨਾਲ ਸਾਨੂੰ ਉਹਨਾਂ ਨੇ ਬਿਲਡਿੰਗ ਪੂਰੀ ਤਿਆਰ ਕਰਕੇ ਦਿੱਤੀ ਹੈ। ਅਤੇ ਹੁਣ ਅਸੀਂ ਮਤਲਬ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਜੋ ਉਹਨਾਂ ਦੇ ਦਿਲ 'ਚ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਲ 'ਚ ਹੈਗਾ ਕਿ ਜੋ ਅਸੀਂ ਸੇਵਾ ਕਰਨੀ ਹੈ, ਗੁਰੂ ਪਾਤਸ਼ਾਹ ਸਾਡੇ 'ਤੇ ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖ ਕੇ ਸਭ ਤੋਂ ਸੇਵਾ ਕਰਵਾ ਲੈਣ। ਬਿਲਕੁਲ, ਕਿਉਂਕਿ ਅਸੀਂ ਦੋਸਤੋ ਕੁਝ ਸਮਾਂ ਪਹਿਲਾਂ ਵੀ ਖਬਰ ਕੀਤੀ ਸੀ, ਭਾਜੀ ਹੋਣਾ ਦਾ ਸੈਂਟਰ ਇੱਕ ਸੈਕਟਰ 22 ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚੱਲ ਰਿਹਾ ਹੈ, ਜਿੱਥੇ ਰੋਜ਼ਾਨਾ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਟੈਸਟ ਕਰਵਾਉਣ ਦੇ ਲਈ, ਅਤੇ ਕਈਆਂ ਦੇ ਟੈਸਟ ਫ੍ਰੀ ਵੀ ਹੁੰਦੇ ਨੇ, ਅਸੀਂ ਦੇਖਿਆ ਹੈ ਖੁਦ। ਅਤੇ ਇੱਥੇ ਕੀ ਸੇਵਾਵਾਂ ਜੋ ਨੇ, ਕਿਸ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ, ਉਹ ਜ਼ਰੂਰ ਇੱਕ ਵਾਰ ਦੱਸੋ ਦਰਸ਼ਕਾਂ ਨੂੰ, ਤਾਂ ਜੋ, ਕਿਉਂਕਿ ਜਿਸ ਇਲਾਕੇ ਵਿੱਚ ਤੁਹਾਡਾ ਇਹ ਸੈਂਟਰ ਨਵਾਂ ਖੁੱਲ੍ਹਿਆ ਹੈ, ਮੈਂ ਕਹਿੰਦਾ ਕਿ ਇੱਥੇ ਬਹੁਤ ਸਾਰੇ ਲੋਕਾਂ ਨੂੰ ਹੁਣ ਸਹੂਲਤ ਹੋਣੀ ਹੈ ਕਿ ਉਹ ਸਸਤੇ ਰੇਟਾਂ 'ਤੇ ਆਪਣੇ ਮਹਿੰਗੇ ਜਿਹੜੇ ਟੈਸਟ ਨੇ ਉਹ ਕਰਵਾ ਸਕਣਗੇ। ਅਸੀਂ ਤਕਰੀਬਨ ਸੰਗਤਾਂ ਦੀ ਸਹੂਲਤ ਵਾਸਤੇ ਹੀ ਗੁਰਦੁਆਰਾ ਸਾਹਿਬ 'ਚ ਇਹਨਾਂ ਨੂੰ, ਜਿਵੇਂ ਬਾਰ-ਬਾਰ ਸਾਡਾ, ਮੈਂ ਦੱਸਣਾ ਚਾਹਾਂਗਾ, ਪਹਿਲੇ 4 ਸਾਲ ਤੋਂ ਸਾਡਾ ਇੱਥੇ ਲੈਬੋਰਟਰੀ ਦਾ ਕਲੈਕਸ਼ਨ ਸੈਂਟਰ ਹੈਗਾ ਪਹਿਲਾਂ ਹੀ ਸਾਡਾ। ਸੰਗਤਾਂ ਦੀ ਉਸ ਤੋਂ ਬਾਅਦ ਭਰਪੂਰ ਮੰਗ ਸੀ ਕਿ ਇੱਥੇ ਅਲਟਰਾਸਾਊਂਡ ਦਾ ਸੈਂਟਰ ਖੋਲ੍ਹਿਆ ਜਾਵੇ।
ਕਿਉਂਕਿ ਸਾਡੇ ਕੋਲ ਤਕਰੀਬਨ ਇੱਧਰੋਂ ਚੰਡੀਗੜ੍ਹ ਤੋਂ ਲੋਕ ਇੱਧਰੋਂ ਹੀ ਅਲਟਰਾਸਾਊਂਡ ਕਰਾਉਣ ਜਾਂਦੇ ਨੇ, ਪਰ ਤਕਰੀਬਨ ਲੋਕ ਸਾਨੂੰ ਹਮੇਸ਼ਾ ਅਪਰੋਚ ਕਰਦੇ ਸੀ ਕਿ ਤੁਸੀਂ ਉਹਨਾਂ ਰੇਟਾਂ 'ਤੇ ਹੀ ਇੱਥੇ ਕਰੋ। ਕਿਉਂਕਿ ਹੁਣ ਮੈਂ ਮੰਨ ਲਓ ਚੰਡੀਗੜ੍ਹ 250 ਰੁਪਏ ਦਾ ਅਲਟਰਾਸਾਊਂਡ ਕਰਦਾ, ਜੋ ਸਾਡੀ ਸ਼ੁਰੂਆਤ ਰੇਟ ਹੈਗਾ। ਹੁਣ ਅਗਰ ਕੋਈ ਬੰਦਾ ਇੱਥੇ ਹੀ ਉਹਦਾ 500-700 ਦਾ ਅਲਟਰਾਸਾਊਂਡ ਕਰ ਦਿੰਦਾ ਪ੍ਰਾਈਵੇਟ, ਤੇ ਉਹ ਚੰਡੀਗੜ੍ਹ ਕਿਉਂ ਆਏਗਾ? ਉਹਦਾ ਇੰਨਾ ਤਾਂ ਆਉਣ ਜਾਣ 'ਚ ਪੈਟਰੋਲ ਦਾ ਖਰਚਾ, ਆਪਣੀ ਉਹਦੀ ਖੱਜਲ ਖੁਆਰੀ ਹੋਏਗੀ। ਤੇ ਇਸ ਕਰਕੇ ਉਹਨੂੰ ਅਸੀਂ ਦੇਖਦੇ ਆਏ ਹਾਂ, ਅਸੀਂ ਅਲਟਰਾਸਾਊਂਡ ਦਾ ਸੈਂਟਰ ਚੰਡੀਗੜ੍ਹ ਵਾਲੇ ਰੇਟ ਦੇ ਉੱਤੇ 250 ਰੁਪਏ ਤੋਂ ਅਲਟਰਾਸਾਊਂਡ ਸ਼ੁਰੂ ਹੋਣਗੇ, ਤੇ ਮਹਿੰਗੇ ਤੋਂ ਮਹਿੰਗਾ ਅਲਟਰਾਸਾਊਂਡ ਜਿਹੜਾ ਕਲਰ ਡੋਪਲਰ ਹੁੰਦੇ ਨੇ ਉਹ ਅਲਟਰਾਸਾਊਂਡ ਸਾਡੇ ਕੋਲ 900 ਰੁਪਏ ਦਾ ਹੋਏਗਾ ਇੱਥੇ। ਉਹ ਤੋਂ ਬਾਅਦ ਡਿਜੀਟਲ ਐਕਸਰੇ ਲੈਬੋਰਟਰੀ ਦਾ ਅਸੀਂ ਕਲੈਕਸ਼ਨ ਸੈਂਟਰ ਖੋਲ੍ਹਿਆ, ਕਿਉਂਕਿ ਸਾਡੀਆਂ ਆਧੁਨਿਕ ਮਸ਼ੀਨਾਂ ਸਾਰੀਆਂ ਚੰਡੀਗੜ੍ਹ ਲੱਗੀਆਂ ਹੋਈਆਂ ਨੇ। ਸਾਰੇ ਟੈਸਟ ਇੱਧਰੋਂ ਚੰਡੀਗੜ੍ਹ ਜਾ ਕੇ ਲੱਗਣਗੇ ਤੇ ਆਨਲਾਈਨ ਰਿਪੋਰਟਾਂ ਲੋਕਾਂ ਨੂੰ ਘਰਾਂ 'ਚ ਮਿਲ ਜਾਣਗੀਆਂ, ਜਾਂ ਲੋਕੀ ਰਿਪੋਰਟਾਂ ਇੱਥੇ ਆ ਕੇ ਵੀ ਕਲੈਕਟ ਕਰ ਸਕਦੇ ਨੇ। ਮੈਂ ਕਿ ਲੋਕਾਂ ਦੇ ਪੈਸੇ ਤਾਂ ਬਚਣਗੇ ਹੀ, ਹੁਣ ਲੋਕਾਂ ਦਾ ਸਮਾਂ ਵੀ ਬਚੇਗਾ। ਬਿਲਕੁਲ ਵੀਰ ਜੀ, ਬਿਲਕੁਲ। ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਡੈਂਟਲ ਦੀ ਸੁਵਿਧਾ ਵੀ ਸੀ ਪਹਿਲਾਂ, ਫਿਜ਼ੀਓਥੈਰੇਪੀ ਦੀ ਸੁਵਿਧਾ ਵੀ ਸੀ ਪਹਿਲਾਂ। ਇਸ ਬਿਲਡਿੰਗ 'ਚ ਉਹਨਾਂ ਦਾ ਵੀ ਨਾਲ ਸਾਥ ਹੈਗਾ, ਡੈਂਟਲ ਦੀ ਵੀ ਚੈਰੀਟੇਬਲ ਰੇਟਾਂ ਦੇ ਉੱਤੇ ਕਲੀਨਿਕ ਚੱਲੇਗੀ, ਫਿਜ਼ੀਓਥੈਰੇਪੀ ਦੀ ਸੇਵਾ ਵੀ ਦਿੱਤੀ ਜਾਏਗੀ। ਤੇ ਆਉਣ ਵਾਲੇ ਸਮੇਂ 'ਚ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਕਿ ਅੱਖਾਂ ਦੇ ਡਾਕਟਰ ਜਾਂ ਹੋਰ ਔਰਥੋ ਦੇ ਡਾਕਟਰ ਜਾਂ ਗਾਇਨੀ ਦੇ ਡਾਕਟਰ ਜਾਂ ਕੋਈ ਵੀ ਮੈਡੀਸਨ ਦੇ ਡਾਕਟਰ ਇੱਥੇ ਆਪਣੀਆਂ ਸੇਵਾਵਾਂ ਜ਼ਰੂਰ ਦੇਣ ਆਉਣ ਵਾਲੇ ਟਾਈਮ ਲੋਕਾਂ ਨੂੰ। ਜਿਵੇਂ ਤੁਸੀਂ ਦੱਸਿਆ ਅਲਟਰਾਸਾਊਂਡ ਦੇ ਰੇਟ 250 ਤੋਂ ਤੁਹਾਡੇ ਕੋਲ ਸ਼ੁਰੂ ਹੁੰਦਾ ਹੈ, 900 ਤੱਕ ਜਿਹੜਾ ਹੈ ਜਾਂਦਾ ਹੈ। ਆਮ ਤੌਰ ਤੇ ਜਿਹੜੇ ਪ੍ਰਾਈਵੇਟ ਲੈਬੋਰਟਰੀਜ਼ ਵਾਲੇ ਨੇ ਜਾਂ ਹਸਪੀਟਲਸ ਨੇ, ਉਹ ਕੀ ਚਾਰਜ ਕਰਦੇ ਨੇ ਇਹਨਾਂ ਅਲਟਰਾਸਾਊਂਡਸ ਦਾ? ਜੀ ਜਿਹੜਾ ਹੁਣ ਮੈਂ ਤੁਹਾਨੂੰ ਦੱਸਿਆ 250 ਰੁਪਏ ਦਾ ਸਾਡੇ ਕੋਲ ਸ਼ੁਰੂ ਹੁੰਦਾ, ਪੈਲਵਿਕ ਦਾ ਅਲਟਰਾਸਾਊਂਡ ਜਾਂ KUB ਬੋਲਦੇ ਆ, ਜਾਂ ਕਿਸੇ ਵੀ ਇੱਕ ਅਪਰ ਲੋਅਰ ਅਬਡੋਮਨ ਦਾ ਅਲਟਰਾਸਾਊਂਡ ਆ, ਉਹ ਸਾਡੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਂਦਾ। ਤੇ ਪ੍ਰਾਈਵੇਟ ਤਕਰੀਬਨ ਮਿਨੀਮਮ 500 600 700 ਤੋਂ ਘੱਟੋ ਘੱਟ ਕੋਈ ਸੈਂਟਰ ਸ਼ੁਰੂ ਕਰਦਾ, ਪਰ ਪ੍ਰਾਈਵੇਟ ਕਈ ਇੱਦਾਂ ਦੇ ਵੀ ਨੇ ਜਿਹੜੇ ਉਸੇ ਅਲਟਰਾਸਾਊਂਡ ਦੇ 1000 1200 ਵੀ ਲੈਂਦੇ ਨੇ। ਕਿ ਤੁਹਾਡੇ ਕੋਲ ਜਿਹੜਾ 250 ਦਾ ਹੁੰਦਾ ਹੈ ਉਹ 1000 1200 ਦਾ ਵੀ ਬਾਹਰ ਹੁੰਦਾ ਹੈ ਟੈਸਟ? ਹਾਂਜੀ 1000 1200 ਦਾ ਵੀ। ਉਹਦੇ 'ਚ ਫਰਕ ਕੀ ਹੈ? ਮਸ਼ੀਨਾਂ ਦਾ ਫਰਕ ਹੈ ਕਿ ਰਿਪੋਰਟਾਂ ਦਾ ਫਰਕ ਹੈ? ਨਹੀਂ, ਉਹਦੇ 'ਚ ਮਸ਼ੀਨਰੀ, ਮੈਂ ਦੇਖੋ ਜੀ ਅਸੀਂ ਆਪਣੇ ਸੈਂਟਰ ਨੂੰ ਹੁਣ ਤੱਕ ਪ੍ਰਮੋਟ ਇਸੇ ਚੀਜ਼ ਕੀਤਾ ਵੀ ਸਾਡੇ ਕੋਲ ਅਸੀਂ ਭਾਵੇਂ ਰੇਟ ਘਟਾਇਆ ਪਰ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਕਦੇ। ਮਤਲਬ ਅਸੀਂ ਭਾਵੇਂ ਡਾਕਟਰ ਵੀ ਸਾਡੇ ਕੋਲ ਦੇਖੋ, ਸਾਡੇ ਕੋਲ ਵੀ ਹਾਈ ਐਂਡ ਦੀ ਮਸ਼ੀਨਾਂ ਲੱਗੀਆਂ ਹੋਈਆਂ। ਡਾਕਟਰ ਜਿਹੜੇ ਜੋਬ ਕਰਦੇ ਨੇ ਕੁਆਲੀਫਾਈਡ MD ਰੇਡੀਓਲੋਜਿਸਟ ਘੱਟੋ ਘੱਟ, ਜਾਂ ਜਿਹੜੇ ਅਲਟਰਾਸਾਊਂਡ ਕਰ ਸਕਦੇ ਨੇ, ਕਿਉਂਕਿ ਅਲਟਰਾਸਾਊਂਡ ਤਾਂ ਹੈ ਹੀ ਇੱਦਾਂ ਦੀ ਚੀਜ਼ ਜਦੋਂ ਤੱਕ ਗਵਰਨਮੈਂਟ ਤੋਂ ਅਸੀਂ ਸਰਟੀਫਿਕੇਟ ਦੇ ਕੇ ਅਪਰੂਵਡ ਨਹੀਂ ਕਰਾਉਂਦੇ ਡਾਕਟਰ ਨੂੰ, ਤਦ ਤੱਕ ਅਲਟਰਾਸਾਊਂਡ ਕਰ ਹੀ ਨਹੀਂ ਸਕਦਾ। ਉਹੀ ਡਾਕਟਰ ਨੂੰ ਅਪਰੂਵਡ ਹੋਣਾ ਨਹੀਂ ਕਰਨਾ, ਪ੍ਰਾਈਵੇਟ ਹਸਪੀਟਲ ਵਾਸਤੇ ਉਹਨਾਂ ਨੂੰ ਸਾਡੇ ਵਾਸਤੇ ਕਰਨਾ। ਤੇ ਉਹ ਡਾਕਟਰ ਤਾਂ ਸਾਡੇ ਕੋਲ ਅਲਟਰਾਸਾਊਂਡ ਕਰੇਗਾ ਜਿਹੜਾ ਕੁਆਲੀਫਾਈਡ ਹੈ, ਜਿਹਨੂੰ ਐਕਸਪੀਰੀਅੰਸ ਹੈ, ਉਹੀ ਸਾਡੇ ਕੋਲ ਅਲਟਰਾਸਾਊਂਡ ਕਰੇਗਾ। ਜਿਹੜੇ ਮਹਿੰਗੇ ਟੈਸਟ ਕਰਦੇ ਨੇ, ਕਮੀ ਕਿੱਥੇ ਰਹਿੰਦੀ ਹੈ? ਨੀਅਤ ਵਿੱਚ? ਨਹੀਂ, ਨੀਅਤ ਵਾਲਾ ਰਿਵਿਊ ਜੋ ਤਾਂ ਤੁਹਾਨੂੰ ਤੁਸੀਂ ਪਹਿਲਾਂ ਵੀ ਜਦੋਂ ਸਾਡਾ ਇੰਟਰਵਿਊ ਕੀਤਾ ਸੀਗਾ ਤੁਹਾਨੂੰ ਦੱਸਿਆ ਸੀਗਾ ਵੀ ਕੁਆਲਿਟੀ ਨਾਲ ਅਸੀਂ ਕੰਪਰੋਮਾਈਜ਼ ਕਰਦੇ ਨਹੀਂ, ਬਟ ਸਾਡਾ ਜਿਹੜਾ ਸਾਨੂੰ ਜਿਹੜੀ ਸਪੋਰਟ ਰਹਿੰਦੀ ਹੈ, ਜਿਹੜੇ ਚੰਡੀਗੜ੍ਹ ਦੇ ਵਿੱਚ ਜਾਂ ਇੱਧਰ ਜ਼ੀਰਕਪੁਰ 'ਚ ਜਾਂ ਕਿਤੇ ਵੀ ਟਰਾਈ ਸਿਟੀ 'ਚ ਨੇੜੇ ਤੇੜੇ ਜਿੱਥੇ ਚੰਗੇ ਡਾਕਟਰ ਨੇ, ਜਿਹੜੇ ਮਤਲਬ ਲੋਕਾਂ ਦਾ ਭਲਾ ਚਾਹੁੰਦੇ ਨੇ, ਉਹ ਲੋਕ ਸਾਡੇ ਕੋਲ ਕੰਮ ਭੇਜਦੇ ਨੇ, ਉਹਨਾਂ ਦੇ ਥਰੂ ਅਸੀਂ ਕੰਮ ਕਰਦੇ ਹਾਂ। ਬਾਕੀ ਕਮਿਸ਼ਨ ਵਾਲਾ ਸਿਸਟਮ ਤਾਂ ਵੀਰ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੈਗਾ ਹੀ ਹੈ। ਰੇਟ ਜ਼ਿਆਦਾ ਦਾ ਕਾਰਨ ਜ਼ਿਆਦਾਤਰ ਕਮਿਸ਼ਨ ਸਿਸਟਮ ਹੀ ਹੈਗਾ, ਹੋਰ ਕੋਈ ਕਾਰਨ ਨਹੀਂ ਹੈ, ਕੁਆਲਿਟੀ ਕਾਰਨ ਨਹੀਂ ਹੈ ਉਹਦਾ। ਇੱਕ ਸਬਰ ਸੰਤੋਖ ਵੀ ਹੁੰਦਾ ਨਾ, ਉਹ ਪਰਮਾਤਮਾ ਹਰ ਇੱਕ ਨੂੰ ਬਖਸ਼ਦਾ ਨਹੀਂ। ਅਸੀਂ ਸੁਭਾਗੇ ਹਾਂ ਵੀ ਪਰਮਾਤਮਾ ਨੇ ਸਾਡੇ ਸਿਰ ਤੇ ਮੇਰਾ ਭਰ ਹੱਥ ਰੱਖਿਆ ਤੇ ਸਾਨੂੰ ਇਹ ਸ਼ੁਰੂ ਤੋਂ ਸਮੱਤ ਬਖਸ਼ੀ ਆ, ਅਸੀਂ ਇਸ ਦੇ ਕੰਮ ਕਰ ਰਹੇ ਹਾਂ। ਤੇ ਇੱਕ ਇੱਕ ਕਰਕੇ ਸਗੋਂ ਇੰਨੇ ਨੋਮੀਨਲ ਰੇਟ ਰੱਖ ਕੇ ਅਸੀਂ ਕਰਕੇ ਸਾਡਾ ਇਹ ਮੇਰਾ ਹੁਣ ਤਕਰੀਬਨ ਚੌਥਾ ਸੈਂਟਰ ਹੈ ਜਿਹੜਾ ਖੁੱਲ ਰਿਹਾ। ਇਸ ਤੋਂ ਇਲਾਵਾ ਸਾਡੇ 2 ਤੋਂ 3 ਕਲੈਕਸ਼ਨ ਸੈਂਟਰ ਨੇ। ਇੱਕ ਸਾਡਾ 78 ਸੈਕਟਰ ਦੇ ਗੁਰਦੁਆਰਾ ਸਾਹਿਬ 'ਚ ਹੈ, ਮੋਹਾਲੀ ਇੱਕ ਸਾਡਾ 46 ਦੇ ਗੁਰਦੁਆਰਾ ਸਾਹਿਬ 'ਚ ਹੈ ਕਲੈਕਸ਼ਨ ਸੈਂਟਰ, ਜਿੱਥੇ ਅਸੀਂ ਖੂਨ ਦੇ ਸੈਂਪਲ ਲੈ ਲੈਂਦੇ ਹਾਂ। ਟੈਸਟ ਅਸੀਂ ਚੰਡੀਗੜ੍ਹ 22 ਸੈਕਟਰ ਕਰਦੇ ਹਾਂ। ਰਿਪੋਰਟਾਂ ਲੋਕਾਂ ਨੂੰ ਆਨਲਾਈਨ ਮਿਲ ਜਾਂਦੀਆਂ ਨੇ। ਤੇ ਅੱਛਾ, ਇੱਕ ਕਈ ਲੋਕ ਪ੍ਰਮੋਟ ਕਰਦੇ ਨੇ ਵੀ ਚੈਰੀਟੇਬਲ ਲੈਬਸ ਨੇ ਜਾਂ ਡਾਇਗਨੋਸਟਿਕ ਸੈਂਟਰ ਨੇ, ਇਹ ਵੀ ਚੈਰੀਟੇਬਲ ਹੈਗਾ ਜੀ? ਨਹੀਂ ਵੀਰ ਜੀ, ਨਹੀਂ। ਇਹ ਅਸੀਂ ਚੰਡੀਗੜ੍ਹ ਵੀ ਆਪਣੇ ਸੈਂਟਰ ਨੂੰ ਹੁਣ ਤੱਕ ਇਹੀ ਪ੍ਰਮੋਟ ਕੀਤਾ ਕਿ ਸਾਡਾ ਜਿਹੜਾ ਸੈਂਟਰ ਚੰਡੀਗੜ੍ਹ ਵਾਲਾ ਹੈ, ਤੁਸੀਂ ਇਹਨੂੰ ਇੱਕ ਤਰੀਕੇ ਨਾਲ ਪ੍ਰਾਈਵੇਟ ਸੈਂਟਰ ਸਮਝੋ ਕਿ ਇੱਕ ਪ੍ਰਾਈਵੇਟ ਸੈਂਟਰ ਹੈ। ਲੇਕਿਨ ਪ੍ਰਾਈਵੇਟ ਸੈਂਟਰ ਤਾਂ ਪਹਿਲਾਂ ਹੀ ਬੜੇ ਬਦਨਾਮ ਨੇ, ਚੈਰੀਟੇਬਲਾਂ ਤੇ ਲੋਕ ਭਰੋਸਾ ਵੀ ਕਰਦੇ ਨੇ ਜੀ। ਚੈਰੀਟੇਬਲ ਤਾਂ ਫਿਰ ਉਹ ਜਿੰਨਾ ਕੁ ਮੇਰੀ ਸਮਝ 'ਚ ਆਉਂਦਾ ਹੈ ਚੈਰੀਟੇਬਲ ਦਾ, ਕਿ ਜੇ ਕਿਸੇ ਨੇ ਚੈਰਿਟੀ ਲੈਣੀ ਹੈ ਲੋਕਾਂ ਕੋਲੋਂ ਕੰਮ ਕਰਨੇ ਤੇ ਤਾਂ ਉਹ ਚੈਰੀਟੇਬਲ ਹੈ। ਜੇ ਕਿਸੇ ਨੇ ਚੈਰਿਟੀ ਲੈਣੀ ਨਹੀਂ ਅੱਗੋਂ ਜਾਂ ਕੁਝ ਕਰਨਾ, ਨੂੰ ਮੈਂ ਜੇ ਚੈਰਿਟੀ ਲੈਣੀ ਨਹੀਂ ਤੇ ਮੈਂ ਨਾਮ ਨਾਲ ਚੈਰੀਟੇਬਲ ਕਿਉਂ ਲਗਾਵਾਂ ਆਪਣੇ? ਮਤਲਬ ਕਿ ਜੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਅਸੀਂ ਸੰਗਤਾਂ ਦੀ ਸੇਵਾ ਕਰਨੀ ਹੈ, ਉਹ ਚੈਰੀਟੇਬਲ ਹੋ ਗਿਆ। ਜੇ ਤੁਸੀਂ ਆਪਣੇ ਪੱਲੇ ਸਾਰਾ ਕੁਝ ਕਰ ਰਹੇ ਹੋ ਤਾਂ ਉਹ ਚੈਰੀਟੇਬਲ ਨਹੀਂ ਹੈ। ਹਾਂ, ਮੇਰਾ ਮੰਨਣਾ ਤਾਂ ਇਹੀ ਹੈ। ਮੇਰਾ ਮੰਨਣਾ ਹੈ ਕਿ ਮੈਂ ਜਦੋਂ ਤੋਂ ਸੈਂਟਰ ਖੋਲ੍ਹਿਆ, ਮੈਨੂੰ ਸਾਨੂੰ ਕਈ ਵਾਰ ਬਾਈ 'ਚ ਆ ਕੇ ਵੀ ਸਾਨੂੰ ਲੋਕੀ ਕਹਿਣਗੇ ਕਿ ਤੁਹਾਡਾ ਚੈਰੀਟੇਬਲ, ਅਸੀਂ ਕਹਿੰਦੇ ਕਿ ਚੈਰੀਟੇਬਲ ਨਹੀਂ, ਪ੍ਰਾਈਵੇਟ ਸੈਂਟਰ ਹੈਗਾ। ਹਾਂ, ਸਾਨੂੰ ਕੰਮ ਚਲਾਉਣ ਵਾਸਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦਾ ਪੂਰਾ ਸਾਥ ਹੁੰਦਾ। 22 ਸੈਕਟਰ ਗੁਰਦੁਆਰਾ ਸਾਹਿਬ 'ਚ ਅਸੀਂ ਸੈਂਟਰ ਚਲਾਇਆ। ਸਾਨੂੰ ਸਾਡੇ ਗੁਰਜੋਤ ਸਿੰਘ ਜੀ ਸਾਨੀ, ਅਮਰਜੀਤ ਸਿੰਘ ਪ੍ਰਧਾਨ ਜੀ, ਜਾਂ ਜਿਹੜੇ ਵੀ ਇਸ ਤੋਂ ਪਹਿਲਾਂ ਕਮੇਟੀਆਂ 'ਚ ਰਹੇ ਨੇ, ਸਰਦਾਰ ਦਲਜੀਤ ਸਿੰਘ ਜੀ ਰਹੇ ਨੇ, ਸਾਨੂੰ ਉਹਨਾਂ ਦਾ ਪੂਰਨ ਸਹਿਯੋਗ ਰਿਹਾ। ਤਾਂ ਹੀ ਅਸੀਂ ਆਪਣੇ ਕੰਮ ਨੂੰ ਅੱਗੇ ਕਰਨ ਵਿੱਚ ਜਾਂ ਲੋਕਾਂ ਨੂੰ ਸੇਵਾਵਾਂ ਦੇਣ 'ਚ ਕਾਮਯਾਬ ਹੋਏ ਹਾਂ।
ਸੇਮ ਇੱਥੇ ਵੀ ਇਦਾਂ ਹੀ ਹੈ ਜੀ। ਇੱਥੇ ਪ੍ਰਧਾਨ ਜਗਦੇਵ ਸਿੰਘ ਜੀ ਨੇ, ਮੈਨੇਜਰ ਜਗਦੀਪ ਸਿੰਘ ਜੀ ਨੇ, ਉਹਨਾਂ ਦੀ ਜੋ ਮੈਂ ਭਾਵਨਾ ਦੇਖੀ ਹੈ ਸ਼ੁਰੂ ਤੋਂ, ਜਦੋਂ ਤੋਂ ਮੈਂ ਉਹਨਾਂ ਨਾਲ ਮਿਲਿਆ, ਉਹਨਾਂ ਦੇ ਦਿਲ 'ਚ ਇੱਕੋ ਹੀ ਹੈ ਕਿ ਬਸ ਲੋਕਾਂ ਵਾਸਤੇ ਕੁਝ ਨਾ ਕੁਝ ਹੋਣਾ ਚਾਹੀਦਾ। ਹੁਣ ਉਹਨਾਂ ਨੇ ਅਗਰ ਭਾਵਨਾ ਰੱਖ ਕੇ ਮੈਨੂੰ ਇਹ ਬਿਲਡਿੰਗ ਤਿਆਰ ਕਰਕੇ ਦਿੱਤੀ ਹੈ ਤੇ ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਉਹਨੂੰ ਅੱਗੇ ਉਸੇ ਤਰੀਕੇ ਨਾਲ ਲੋਕਾਂ ਤੱਕ ਉਹਨੂੰ ਪਹੁੰਚਾਈਏ ਅਸੀਂ। ਲੇਕਿਨ ਜਿਹੜੇ ਜਿਵੇਂ ਮੈਂ ਪਹਿਲਾਂ ਹੁਣ ਸਵਾਲ ਕੀਤਾ ਸੀ, ਚੈਰੀਟੇਬਲ ਸੈਂਟਰ ਜਿਹੜੇ ਲੋਕ ਕਹਿੰਦੇ ਨੇ, ਉਹਨਾਂ ਦੇ ਤੁਹਾਡੇ ਰੇਟਸ ਵਿੱਚ ਕੁਝ ਫਰਕ ਹੁੰਦਾ ਹੈ ਜਾਂ ਫਿਰ ਬਰਾਬਰ ਹੀ ਹੁੰਦੇ ਨੇ? ਜਿੰਨਾ ਕਿ ਮੈਂ ਆਲਮੋਸਟ ਚੈੱਕ ਕੀਤਾ ਹੈ ਵੀਰ ਜੀ, ਸਾਡੇ ਔਰ ਚੈਰੀਟੇਬਲ ਦੇ ਆਲਮੋਸਟ ਰੇਟ ਮੈਂ ਤਕਰੀਬਨ ਦੇਖਿਆ ਸੇਮ ਹੀ ਨੇ। ਸਾਡੇ ਔਰ ਉਹਨਾਂ ਦੇ ਰੇਟਾਂ 'ਚ ਕੋਈ ਫਿਰ ਉਹਨਾਂ ਦੇ ਤਾਂ ਘੱਟ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦਾ ਚੈਰਿਟੀ ਵੀ ਮਿਲਦੀ ਹੈ, ਚੰਦਾ ਵੀ ਮਿਲਦਾ ਹੈ, ਲੋਕ ਸੇਵਾ ਕਰਦੇ ਨੇ, ਸੇਵਾ ਪਾਉਂਦੇ ਨੇ। ਹਾਂ, ਇਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਮੈਂ ਤੇ ਆਪ ਸਮਝਦਾ ਕਿ ਜੇ ਕੋਈ ਚੈਰਿਟੀ ਲੈ ਰਿਹਾ ਤੇ ਉਹ ਤਾਂ ਇਸ ਤੋਂ ਵੀ ਹੋਰ ਘੱਟ ਰੇਟਾਂ ਤੇ ਕੰਮ ਕਰ ਸਕਦੇ ਨੇ। ਪਰ ਮੈਂ ਤਕਰੀਬਨ ਚੈਰੀਟੇਬਲ ਸੈਂਟਰ ਦੇਖੇ ਆ ਜਿਨ੍ਹਾਂ ਦੇ ਵਿੱਚ ਮੰਨ ਲਓ ਹੁਣ ਸਾਡਾ ਸੈਂਟਰ ਹੈਗਾ, ਅਸੀਂ ਹੁਣ ਮੰਨ ਲਓ ਐਕਸ-ਰੇ ਆ, ਅਸੀਂ 100 ਰੁਪਏ ਦਾ ਕਰਦੇ ਆ। ਉਲਟਾ ਕੋਈ ਚੈਰੀਟੇਬਲ ਸੈਂਟਰ ਆ, ਉਹ ਉਲਟਾ 120 ਰੁਪਏ ਦਾ ਕਰ ਰਿਹਾ ਔਰ ਨਾਲ ਉਹਨਾਂ ਕੋਲ ਡੋਨੇਸ਼ਨਾਂ ਵੀ ਆਉਂਦੀਆਂ। ਤਾਂ ਡੋਨੇਸ਼ਨ ਲੈਂਦੇ ਹੀ ਨਹੀਂ, ਤਾਂ ਆਪ ਕਹਿ ਰਹੇ ਅਸੀਂ ਫਿਰ ਡੋਨੇਸ਼ਨ। ਉੱਥੇ 120 ਦਾ ਕਿਉਂ? ਵੀਰ ਜੀ, ਹਰ ਕਿਸੇ ਦੀ ਆਪਣੀ ਕੈਲਕੂਲੇਸ਼ਨ ਹੈ ਨਾ, ਉਹਨਾਂ ਦੇ ਆਪਣੇ, ਮੈਂ ਉਹਦੇ ਤੇ ਨਹੀਂ ਕਮੈਂਟ ਕਰ ਸਕਦਾ ਉਹ ਕਿਉਂ, ਪਰ ਇਹ ਕਿ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੈ, ਉਹਨਾਂ ਦਾ ਆਪਣਾ ਹਿਸਾਬ ਕਿਤਾਬ, ਆਪਣਾ ਕੰਮ ਦੇਖਣਾ ਉਹਨਾਂ ਨੇ। ਸਾਡਾ ਆਪਣਾ, ਸਾਡੇ ਕੋਲ ਅਲਟਰਾਸਾਊਂਡ 250 ਰੁਪਏ ਤੋਂ ਸ਼ੁਰੂ ਹੋ ਜਾਂਦਾ। ਸਾਡੇ ਤੋਂ ਮਹਿੰਗਾ ਤੋਂ ਮਹਿੰਗਾ ਅਸੀਂ 900 ਰੁਪਏ ਦਾ ਅਲਟਰਾਸਾਊਂਡ ਕਰ ਰਹੇ ਹਾਂ। ਇਹ 900 ਵਾਲਾ ਬਾਹਰ ਕਿੰਨੇ ਕੁ ਦਾ ਹੁੰਦਾ ਹੈ? ਬਾਹਰ ਵੀਰ ਜੀ ਪ੍ਰਾਈਵੇਟ ਤਾਂ 1800 2500 ਰੁਪਏ ਦਾ ਘੱਟੋ ਘੱਟ, 1800 ਤੋਂ 2500, ਹਰ ਕਿਸੇ ਦਾ ਆਪਣਾ ਆਪਣਾ ਰੇਟ ਹੈ ਉਹਦਾ, ਹਰ ਕਿਸੇ ਦਾ ਆਪਣਾ ਆਪਣਾ ਰੇਟ। ਚਲੋ ਤੁਸੀਂ ਕੁਝ ਵੀ ਕਹੋ ਕਿ ਤੁਸੀਂ ਕਮੈਂਟ ਨਹੀਂ ਕਰ ਸਕਦੇ ਬਈ ਉਹਨਾਂ ਦੇ ਰੇਟ ਜ਼ਿਆਦਾ ਕਿਉਂ ਨੇ। ਜੇ ਸਾਡੇ ਵਰਗੇ ਲੇਮੈਨ ਦੀ ਨਜ਼ਰ ਵਿੱਚ ਦੇਖੀਏ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਨੀਅਤ ਵਿੱਚ ਹੀ ਖੋਟ ਹੈ ਭਾਜੀ। ਜੇ ਸਬਰ ਸੰਦੋਖ ਨਹੀਂ ਹੈ ਵੀ 2 ਪੈਸੇ ਸਾਨੂੰ ਜ਼ਿਆਦਾ ਕਮਾਣੇ ਨੇ ਤਾਂ ਬੰਦੇ ਰੇਟ ਜ਼ਿਆਦਾ ਕਰ ਲੈਂਦਾ ਹੈ, ਜਿੰਨਾ ਕੁ ਸਾਨੂੰ ਸਮਝ ਆਉਂਦੀ ਹੈ। ਨਹੀਂ ਤਾਂ ਜਿਵੇਂ ਤੁਸੀਂ ਕਿਹਾ ਮਸ਼ੀਨਰੀ ਤੁਹਾਡੇ ਕੋਲ ਵੀ ਹਾਈ ਐਂਡ ਹੈਗੀ ਹੈ, ਤੁਸੀਂ ਵੀ ਤਾਂ ਰੇਟ ਰੱਖੇ ਹੋਏ ਨੇ, ਸਬਰ ਸੰਦੋਖ ਰੱਖਿਆ ਹੋਇਆ ਹੈ, ਤੇ ਗੁਰੂ ਮਹਾਰਾਜ ਨੇ ਮੇਰੇ ਖਿਆਲ 'ਚ ਬਰਕਤ ਵੀ ਦਿੱਤੀ ਹੈ। ਜੀ ਵੀਰ ਜੀ, ਅਸੀਂ ਤਾਂ ਵੀਰ ਜੀ ਮਤਲਬ ਇਨਵਾਈਟ ਕਰਦੇ ਆ ਸਗੋਂ ਸਭ ਨੂੰ। ਕਈ ਸਾਡੇ ਕੋਲ 22 ਸੈਕਟਰ ਗੁਰਦੁਆਰਾ ਸਾਹਿਬ ਦੇ ਵਿੱਚ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਬੜੀ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਕੋਲ 22 ਸੈਕਟਰ ਗੁਰਦੁਆਰੇ 'ਚ ਬਹੁਤ ਹੀ ਹਾਈ ਐਂਡ ਦੇ IAS ਅਫਸਰ, IPS, ਕਈ ਐਦਾਂ ਦੇ ਵੀ ਨੇ ਜਿਹੜੇ ਸਾਡੇ ਕੋਲ ਹੀ ਟੈਸਟ ਕਰਾਉਂਦੇ ਨੇ। ਕਈ ਸੀਨੀਅਰ ਨੇ ਜਿਹੜੇ ਸਾਡੇ ਕੋਲ ਆ ਕੇ, ਕਿਉਂਕਿ ਉਹਨਾਂ ਨੇ ਸਾਡੇ ਸੈਂਟਰ ਨੂੰ ਪਰਖਿਆ ਹੋਇਆ, ਦੇਖਿਆ ਹੋਇਆ। ਤੁਸੀਂ ਸਾਡੀ ਲੈਬ, ਮੈਂ ਤਾਂ ਇਨਵਾਈਟ ਕਰਦਾ ਸਾਡੀ ਲੈਬ 'ਚ ਇੱਕ ਵਾਰ ਆ ਕੇ ਦੇਖੋ ਸਾਡੇ ਕੋਲ ਮਸ਼ੀਨਾਂ ਕਿੱਦਾਂ ਦੀ ਲੱਗੀਆਂ ਹੋਈਆਂ ਨੇ। ਈਵਨ ਮੈਂ ਤਾਂ ਪਹਿਲਾਂ ਵੀ ਤੁਹਾਡੇ ਇੰਟਰਵਿਊ 'ਚ ਆਖਿਆ ਸੀ, ਸਾਡੇ ਲੈਟਰੇਟ ਦੇ ਪਿੱਛੇ ਮਸ਼ੀਨਾਂ ਦੇ ਨਾਮ ਵੀ ਲਿਖੇ ਹੁੰਦੇ ਨੇ, ਕੋਈ ਵੀ ਗੂਗਲ ਤੇ ਸਰਚ ਕਰ ਸਕਦਾ। ਉਹੀ ਮਸ਼ੀਨਾਂ ਵੱਡੇ ਵੱਡੇ ਬ੍ਰਾਂਡ ਨੇ ਜਿਹੜੇ ਉਹਨਾਂ ਦੀ ਲੈਬੋਰਟਰੀਆਂ 'ਚ ਲੱਗੀਆਂ ਹੁੰਦੀਆਂ ਨੇ, ਉਹ ਸਾਡੇ ਕੋਲ ਲੱਗੀਆਂ ਹੋਈਆਂ। ਲੇਕਿਨ ਮੈਂ ਕਈ ਵਾਰ ਇਹ ਵੀ ਸੁਣਦਾ ਵੀ ਜਿਵੇਂ ਤੁਹਾਡਾ ਹੈਗਾ, ਕਿਉਂਕਿ ਤੁਹਾਡੇ ਇੱਥੇ ਰੇਟਸ ਬਹੁਤ ਹੀ ਨੋਮੀਨਲ ਨੇ, ਬਹੁਤ ਘੱਟ ਨੇ, ਅਫੋਰਡੇਬਲ ਨੇ, ਤੇ ਕਈ ਵਾਰ ਮੈਂ ਹਸਪੀਟਲਸ ਦੇ ਨਾਮ ਨਹੀਂ ਲਾਂਗਾ, ਉੱਥੇ ਡਾਕਟਰਸ ਜਿਹੜੇ ਨੇ ਉਹ ਮਨਾ ਵੀ ਕਰ ਦਿੰਦੇ ਨੇ ਵੀ ਨਹੀਂ ਅਸੀਂ ਇਹਨਾਂ ਦੀ ਰਿਪੋਰਟ ਨਹੀਂ ਦੇਖਣੀ ਹੈ, ਇੱਥੇ ਟੈਸਟ ਨਹੀਂ ਕਰਾਉਣਾ, ਤੁਸੀਂ ਫਲਾਣੀ ਲੈਬ ਵਿੱਚ ਜਾਓ, ਉਹ ਕਾਰਡ ਦੇ ਦਿੰਦੇ ਨੇ ਵੀ ਉੱਥੋਂ ਟੈਸਟ ਕਰਵਾ ਕੇ ਆਓ। ਇਹ ਕਿਉਂ? ਇਹ ਤਾਂ ਵੀਰ ਸਿਸਟਮ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਪਹਿਲੇ ਵਾਲਾ ਹੀ ਆ ਗਿਆ, ਕਮਿਸ਼ਨ ਵਾਲਾ ਸਿਸਟਮ ਹੈ ਵੀਰ ਜੀ। ਜੇ ਕੋਈ ਐਦਾਂ ਦਾ ਕੁਝ ਸਪੈਸ਼ਲੀ ਕਹਿ ਕੇ ਭੇਜੇਗਾ ਤੇ ਫਿਰ ਉਹ ਤਕਰੀਬਨ ਉਹਨੂੰ ਤਾਂ ਇਹੀ ਹੈ ਕਿ ਜੇ ਕਹਿ ਕੇ ਭੇਜ ਰਹੇ ਵੀ ਉੱਥੇ ਕਰਾ ਕੇ ਲੈ ਕੇ ਆਉਣਾ ਹੈ, ਫਿਰ ਤਾਂ ਉਹ ਕਮਿਸ਼ਨ ਵਾਲਾ ਸਿਸਟਮ ਹੈ। ਉਸ ਤੋਂ ਇਲਾਵਾ ਜੇ ਡਾਕਟਰ ਨੂੰ ਤੁਹਾਨੂੰ ਕਦੇ ਕਿਸੇ ਪੇਸ਼ੈਂਟ ਨੇ ਕਿਹਾ ਵੀ ਤੁਹਾਡੀ ਰਿਪੋਰਟ ਤਾਂ ਜੀ ਵਾਪਸ ਕਰਤੀ ਹੈ? ਸਾਨੂੰ ਵੀਰ ਜੀ ਜੇ ਮੈਂ ਮੰਨ ਲਓ ਦਿਨ 'ਚ 100 ਪੇਸ਼ੈਂਟ ਕੀਤੇ ਨੇ ਨਾ, ਤੇ ਮੈਨੂੰ ਲੱਗਦਾ ਕਿ 4-5% ਇੱਦਾਂ ਦੇ ਪੇਸ਼ੈਂਟ ਜ਼ਰੂਰ ਸਾਡੇ ਕੋਲ ਕਈ ਵਾਰ ਰਿਟਰਨ ਆਉਂਦੇ ਨੇ, ਪਰ ਉਹਨਾਂ ਨੂੰ ਸੈਟੀਸਫਾਈਡ ਕਰਕੇ ਦੇਣਾ ਸਾਡੀ ਤਸੱਲੀ ਹੈ, ਸਾਡਾ ਕੰਮ ਹੈ, ਮੈਂ ਕਰਾ ਕੇ ਦੇਣੀ ਆ। ਮੈਂ ਤੁਹਾਨੂੰ ਛੋਟਾ ਜਿਹਾ ਵਾਕਿਆ ਦੱਸਦਾ। ਇੱਕ ਪਿੱਛੇ ਸਾਡੇ ਕੋਲ ਇੱਕ ਪੇਸ਼ੈਂਟ ਦੀ ਕੰਪਲੇਂਟ ਆਈ ਸੀਗੀ, ਚਲੋ ਮੈਂ ਬ੍ਰਾਂਡ ਦਾ ਨਾਮ ਨਹੀਂ ਲਵਾਂਗਾ, ਪਰ ਮੇਰੇ ਕੋਲ ਪੇਸ਼ੈਂਟ ਦੀ ਕੰਪਲੇਂਟ ਆਈ ਕਿ ਤੁਹਾਡੀ ਰਿਪੋਰਟਾਂ ਸਾਨੂੰ ਡਾਊਟ ਲੱਗ ਰਿਹਾ। ਅਸੀਂ ਇੱਦਾਂ ਦਾ ਰਿਕਾਰਡ ਆਪਣੇ ਕੋਲ ਫਾਈਲਾਂ 'ਚ ਸਾਂਭ ਕੇ ਵੀ ਰੱਖਿਆ ਹੋਇਆ ਬਾਈ ਦੇ ਗੁਰਦੁਆਰੇ 'ਚ। ਮੈਂ ਪੇਸ਼ੈਂਟ ਨੂੰ ਪੁੱਛਿਆ ਵੀ ਤੁਹਾਨੂੰ ਕੀ ਦਿੱਕਤ ਹੈ, ਕਹਿੰਦੇ ਡਾਕਟਰ ਕਹਿੰਦੇ ਨੇ ਕਿ ਇਸ ਬ੍ਰਾਂਡ ਤੋਂ ਟੈਸਟ ਕਰਾ ਕੇ ਲੈ ਕੇ ਆਉਣਾ ਹੈ। ਮੈਂ ਕਿਹਾ ਜੇ ਤੁਹਾਡੇ ਮੈਂ ਇਸ ਬ੍ਰਾਂਡ ਤੋਂ ਮੈਂ ਟੈਸਟ ਕਰਾ ਦੇਵਾਂ, ਕਹਿੰਦੇ ਤੁਸੀਂ ਕਰਾ ਦਿਓ। ਮੈਂ ਇੱਕੋ ਸ਼ਰਤ ਰੱਖੀ ਸੀ, ਜੇ ਉਹ ਬ੍ਰਾਂਡ ਤੋਂ ਸੇਮ ਰਿਪੋਰਟਾਂ ਆਉਣਗੀਆਂ ਤਾਂ ਤੁਹਾਡੇ ਕੋਲ ਮੈਂ ਬ੍ਰਾਂਡ ਦੀ ਪੇਮੈਂਟ ਲਵਾਂਗਾ। ਜੇ ਰਿਪੋਰਟਾਂ ਨਹੀਂ ਸੇਮ ਆਉਣਗੀਆਂ ਤੇ ਮੈਂ ਆਪਣੀ ਪੇਮੈਂਟ ਤਾਂ ਵਾਪਸ ਕਰਾਂਗਾ ਹੀ ਕਰਾਂਗਾ ਤੁਹਾਨੂੰ, ਤੇ ਬ੍ਰਾਂਡ ਵਾਲੀ ਪੇਮੈਂਟ ਵੀ ਮੈਂ ਆਪਣੀ ਜੇਬ 'ਚੋਂ ਖਰਚਾਂਗਾ। ਉਹਨਾਂ ਨੇ ਮੈਨੂੰ ਹਾਂ ਕਰਤੀ ਸੀ ਤੇ ਮੈਂ ਉਹਨਾਂ ਦੇ ਟੈਸਟ ਕਰਾ ਕੇ ਦਿੱਤੇ ਜਦੋਂ ਉਸ ਬ੍ਰਾਂਡ ਤੋਂ, ਤੇ ਰਿਪੋਰਟਾਂ ਹੂਬਹੂ ਸੇਮ ਆਈਆਂ ਸੀ ਔਰ ਬੜੀ ਐਪਰੀਸੀਏਸ਼ਨ ਕਰਕੇ ਗਏ ਸੀ। ਔਰ ਉਹ ਅਗਰ ਮੇਰੀ ਵੀਡੀਓ ਦੇ ਥਰੂ ਸੁਣਦੇ ਹੋਣਗੇ, ਉਹ ਵੀ ਚੰਡੀਗੜ੍ਹ ਦੇ ਕੋਈ ਨਾਮੀ ਬੰਦੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ। ਉਹਨਾਂ ਦੇ ਦਿਲ ਵਿੱਚ ਵਹਿਮ ਕਿਹਨੇ ਪਾਇਆ? ਡਾਕਟਰ ਨੇ ਪਾਇਆ ਜੀ, ਹੋਰ ਕੌਣ ਪਾ ਸਕਦਾ, ਡਾਕਟਰ ਨੇ ਪਾਇਆ। ਕਿ ਤੁਹਾਡੇ ਵੱਲੋਂ ਫਿਰ ਕਮਿਸ਼ਨ ਨਹੀਂ ਜਾਂਦਾ ਹੋਣਾ ਮੇਰੇ ਖਿਆਲ 'ਚ? ਅਸੀਂ ਵੀਰ ਜੀ ਉਸ ਰਸਤੇ ਗਏ ਨਹੀਂ, ਅਸੀਂ ਤਾਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਕਾਰਜ ਸ਼ੁਰੂ ਕੀਤਾ ਸੀਗਾ। ਮੈਂ ਪਹਿਲਾਂ ਪ੍ਰਾਈਵੇਟ ਸੈਂਟਰ 'ਚ ਕੰਮ ਕਰਕੇ ਦੇਖਿਆ ਹੋਇਆ, ਤੇ ਮੈਂ ਉਹ ਤੋਂ ਬਾਅਦ ਦੇਖਿਆ ਸੀਗਾ ਕਿ ਇਹਦੇ 'ਚ ਆਪਾਂ ਅਗਰ ਮਿਹਨਤ ਨਾਲ ਨੋਮੀਨਲ ਰੇਟ ਰੱਖ ਕੇ ਵੀ ਕੰਮ ਕਰੀਏ ਤੇ ਅਸੀਂ ਆਪਣਾ ਘਰ ਵੀ ਚਲਾ ਸਕਦੇ ਹਾਂ, ਲੋਕਾਂ ਨੂੰ ਰੁਜ਼ਗਾਰ ਵੀ ਦੇ ਸਕਦੇ ਹਾਂ ਤੇ ਲੋਕਾਂ ਦਾ ਭਲਾ ਵੀ ਕਰ ਸਕਦੇ ਹਾਂ। ਅੱਛਾ, ਜਿਹੜੇ ਪੇਸ਼ੈਂਟਸ ਜਿੱਦਾਂ ਕੰਪਲੇਂਟਸ ਆਉਂਦੀ ਜਾਂ ਪੇਸ਼ੈਂਟ ਨੇ ਕਹਿਤਾ ਵੀ ਡਾਕਟਰ ਸਾਹਿਬ ਨੇ ਮੰਨੀ ਨਹੀਂ ਰਿਪੋਰਟ, ਉਹ ਰੈਪੀਟੀਸ਼ਨ ਹੁੰਦੀ ਹੈ ਸੇਮ ਹਸਪੀਟਲਸ ਦੀ ਡਾਕਟਰਸ ਦੀ ਜਾਂ ਅਲੱਗ-ਅਲੱਗ ਹੁੰਦੇ ਨੇ? ਜ਼ਿਆਦਾਤਰ ਸੇਮ ਹੀ ਹੁੰਦੀ ਹੈ ਵੀਰ ਜੀ। ਮਤਲਬ ਜਲਦੀ ਉਹਨਾਂ ਦਾ ਨੰਬਰ ਵੀ ਲਾਵਾਂਗੇ
ਕਿਉਂਕਿ ਕਮਿਸ਼ਨ ਛੱਡੋ, ਤੁਸੀਂ ਸੇਵਾ ਵੱਲ ਧਿਆਨ ਦਿਓ, ਤੁਹਾਨੂੰ ਤਨਖਾਹ ਮੇਰੇ ਖਿਆਲ 'ਚ ਮਿਲਦੀ ਹੋਣੀ ਹੈ। ਫ੍ਰੀ ਡਾਕਟਰ ਤਾਂ ਨਹੀਂ ਕੰਮ ਕਰਦਾ ਕੋਈ? ਨਹੀਂ, ਕੋਈ ਵੀ ਨਹੀਂ ਕਰਦਾ, ਨਹੀਂ। ਤਨਖਾਹ ਮਿਲਦੀ ਹੈ? ਹਾਂਜੀ ਹਾਂਜੀ, ਬਿਲਕੁਲ ਤਨਖਾਹ ਮਿਲਦੀ ਹੈ। ਫਿਰ ਗੱਲ ਉੱਥੇ ਹੀ ਆਉਂਦੀ ਹੈ, ਨੀਅਤ ਵਿੱਚ ਖੋਟ ਹੁੰਦੀ ਹੈ। ਅੱਛਾ, ਮੇਰੇ ਜ਼ਿਹਨ 'ਚ ਹੋਰ ਸਵਾਲ ਹੈ, ਹਾਲਾਂਕਿ ਮੈਂ ਪਹਿਲਾਂ ਦੱਸਿਆ ਵੀ ਹੈ, ਲੇਕਿਨ ਮੇਰੇ ਕਹੇ 'ਤੇ ਸ਼ਾਇਦ ਵਿਸ਼ਵਾਸ ਨਾ ਕਰਨ ਲੋਕ ਜੋ ਦੇਖ ਰਹੇ ਨੇ, ਜਿਨ੍ਹਾਂ ਕੋਲ ਪੈਸੇ ਨਾ ਹੋਣ, ਟੈਸਟ ਹਾਲਾਂਕਿ ਨੋਮੀਨਲ ਨੇ ਰੇਟਸ, ਜਿਨ੍ਹਾਂ ਕੋਲ ਪੈਸੇ ਨਾ ਹੋਣ, ਕੀ ਉਹਨਾਂ ਦਾ ਵੀ ਇੱਥੇ ਟੈਸਟ ਕੀਤਾ ਜਾਏਗਾ? ਵੀਰ ਜੀ, ਡਿਜ਼ਰਵਿੰਗ ਹੋਣਾ ਚਾਹੀਦਾ। ਹੂੰ। ਮੈਨੂੰ ਕੋਈ ਕਹਿ ਦੇਵੇ ਆ ਕੇ ਮੇਰੇ ਪੈਸੇ ਘੱਟ ਕਰ ਦਿਓ, ਡਿਸਕਾਊਂਟ ਕਰ ਦਿਓ, ਮੈਂ ਨਹੀਂ ਕਰ ਸਕਦਾ, ਕਿਉਂਕਿ ਸਾਡੇ 'ਚ ਰੇਟ ਨੋਮੀਨਲ ਹੈ। ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਹੁਣ ਬੌਲੀ ਸਾਹਿਬ ਅਸੀਂ ਖੜੇ ਹਾਂ, ਇਹਨਾਂ ਦੀ ਪ੍ਰਬੰਧਕ ਕਮੇਟੀ ਲਿਖ ਕੇ ਭੇਜ ਦੇਵੇ ਸਾਨੂੰ ਵੀ ਇਹ ਟੈਸਟ ਤੁਸੀਂ ਕਰਨੇ ਹੈ ਜੀ, ਤੇ ਉਹ ਨੀਡੀ ਹੈ, ਅਸੀਂ ਕਰਾਂਗੇ। ਐਦਾਂ ਹੀ ਅਸੀਂ ਬਾਈ ਦੇ ਗੁਰਦੁਆਰੇ ਸਾਡੇ ਹੁਣ ਤੱਕ ਐਦਾਂ ਹੀ ਚੱਲਦਾ, ਜਿਹੜਾ ਕੋਈ ਨੀਡੀ ਹੈ ਜਾਂ ਕੋਈ NGOs ਨੇ ਉਹ ਲੈ ਕੇ ਆ ਜਾਂਦੇ ਨੇ ਤੇ ਅਸੀਂ ਉਹਨਾਂ ਦੇ ਟੈਸਟ ਫ੍ਰੀ 'ਚ ਕਰਦੇ ਹਾਂ। ਜਿਵੇਂ ਪਿੰਗਲਵਾੜਾ ਹੈਗਾ, ਸਾਡੇ ਕੋਲ ਤਕਰੀਬਨ ਪਿੰਗਲਵਾੜਾ ਦੀ ਪਿਛਲੇ 2-3 ਮਹੀਨੇ ਤੋਂ ਸਾਡਾ ਉਹਨਾਂ ਨਾਲ ਹੋਇਆ ਤਕਰੀਬਨ, ਸਾਨੂੰ ਉਹਨਾਂ ਦਾ ਫੋਨ ਆਇਆ ਸੀਗਾ ਤੇ ਅਸੀਂ ਨੂੰ ਹਾਂ ਕੀਤੀ ਸੀ। ਉਹਨਾਂ ਦੇ ਜਿੰਨੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਜਿਹੜਾ ਸ਼ਾਇਦ ਪਲਸੋਰੇ ਵਾਲਾ ਪਿੰਗੜ ਵਾਲਾ ਹੈ, ਹੁਣ ਪਿੰਗਲਵਾੜਾ, ਉਹਨਾਂ ਦੇ ਪੇਸ਼ੈਂਟ ਦੇ ਅਸੀਂ ਟੈਸਟ ਬਿਨਾਂ ਚਾਰਜ ਕੀਤੇ ਕਰਦੇ ਹਾਂ। ਉਹਨਾਂ ਦੇ ਸ਼ਾਇਦ ਹਰ ਦੂਜੇ ਦਿਨ ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਕਿਸ ਦਾ ਅਲਟਰਾਸਾਊਂਡ ਹੈ, ਕਿਸ ਦਾ ਕੁਛ ਹੈ, ਅਸੀਂ ਬਿਨਾਂ ਚਾਰਜ ਕੀਤੇ ਉਹਨਾਂ ਦੇ ਟੈਸਟ ਕਰਕੇ ਰਿਪੋਰਟ ਉਹਨਾਂ ਦੇ ਹੈਂਡਓਵਰ ਕਰ ਦਿੰਦੇ ਹਾਂ। ਉਹਨਾਂ ਨੇ ਮਨਾ ਕੀਤਾ ਜਾਂ ਤੁਸੀਂ ਕਿਹਾ ਨਹੀਂ ਅਸੀਂ ਸੇਵਾ ਕਰਾਂਗੇ? ਨਹੀਂ, ਸਾਨੂੰ ਵੀਰ ਜੀ ਜਿਹਦਾ ਵੀ ਕਾਲ ਆਣੀ ਹੈ ਨਾ, ਸਾਨੂੰ ਕਿਸੇ ਨੇ ਅਪਰੋਚ ਕਰਨਾ, ਅਗਰ ਸਾਨੂੰ ਪਤਾ ਲੱਗ ਜਾਏਗਾ ਨਾ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਸੇਵਾ ਭਾਵਨਾ ਨਾਲ, ਉਹ ਵੀ ਸੇਵਾ ਭਾਵਨਾ ਨਾਲ ਸੇਵਾ ਕਰ ਰਿਹਾ, ਉਹ ਸਾਨੂੰ ਦੀ ਸੇਵਾ ਕਰਨ ਤੇ ਅਸੀਂ ਜ਼ਰੂਰ ਕਰਦੇ, ਅਸੀਂ ਮਨਾ ਨਹੀਂ ਕਰਦੇ। ਨਹੀਂ, ਬਹੁਤ ਚੰਗੀ ਗੱਲ ਹੈ। ਅੱਛਾ, ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਬਈ ਟਾਈਮਿੰਗਸ ਕੀ ਨੇ ਇਸ ਸੈਂਟਰ ਦੀਆਂ, ਤੇ ਕਦੋਂ ਉਹ ਤੁਹਾਡੇ ਕੋਲ ਇੱਥੇ ਆ ਸਕਦੇ ਨੇ? ਸਾਡੇ ਕੋਲ ਵੀਰ ਜੀ ਇੱਥੇ ਅਲਟਰਾਸਾਊਂਡ ਦੀ ਸੁਵਿਧਾ ਤਕਰੀਬਨ ਅਸੀਂ ਸ਼ੁਰੂਆਤ ਵਿੱਚ 9 ਤੋਂ ਲੈ ਕੇ 2 ਵਜੇ ਦਾ ਟਾਈਮ ਰੱਖਿਆ ਹੋਇਆ। ਡਾਕਟਰ ਸਾਹਿਬ 9 ਤੋਂ 2 ਬੈਠਣਗੇ। ਬਾਕੀ ਜਿਹੜਾ ਪੂਰਾ ਸੈਂਟਰ ਉਹ 7 ਵਜੇ ਓਪਨ ਹੋਏਗਾ ਸਵੇਰੇ, ਸ਼ਾਮ ਨੂੰ 7 ਵਜੇ ਬੰਦ ਹੋਏਗਾ। ਪਰ ਅੱਗੇ ਆਉਣ ਵਾਲੇ ਠੰਡ ਵਾਲੇ ਟਾਈਮ 'ਚ ਸ਼ਾਇਦ ਅਸੀਂ ਘੰਟਾ ਸਵੇਰੇ ਟਾਈਮ ਘਟਾ ਦਈਏ ਜਾਂ ਘੰਟਾ ਕਰ ਦਈਏ, ਉਹ ਹਜੇ ਅਸੀਂ ਫਾਈਨਲ ਨਹੀਂ ਕੀਤਾ। ਐਕਸਰੇ ਸਾਡੇ ਕੋਲ ਸਵੇਰੇ ਤਕਰੀਬਨ 8-9 ਵਜੇ ਸ਼ੁਰੂ ਹੋ ਜਾਣਗੇ, ਸ਼ਾਮ ਨੂੰ 7 ਵਜੇ ਤੱਕ ਹੋਣਗੇ। ਲੈਬੋਰਟਰੀ ਦੇ ਟੈਸਟ ਸਵੇਰੇ 7 ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੋਣਗੇ। ECG ਵੀ ਸਵੇਰੇ 7 ਤੋਂ ਲੈ ਕੇ ਸ਼ਾਮੀ 7 ਤੱਕ ਹੋਏਗੀ। ਬਾਕੀ ਜਿਹੜਾ ਡਾਕਟਰਾਂ ਦਾ ਸ਼ਡਿਊਲ ਹੈ ਤੇ ਜਿਹੜਾ ਡੈਂਟਲ ਔਰ ਫਿਜ਼ੀਓਥੈਰੇਪੀ ਦਾ ਡਿਪਾਰਟਮੈਂਟ ਹੈ, ਉਹ ਸ਼ਡਿਊਲ ਅਸੀਂ ਹੈ ਜੀ ਅਗਲੇ ਹਫਤੇ ਬੈਠ ਕੇ ਡਿਸਾਈਡ ਕਰਨਾ ਹੈ। ਔਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸੰਗਤਾਂ ਨੂੰ ਪੂਰਾ ਦਿਨ ਸਹੂਲਤ ਮਿਲੇ। ਮਤਲਬ ਅਸੀਂ ਜਿੰਨੇ ਵੀ ਪਹਿਲਾਂ ਵੀ ਸੈਂਟਰ ਚਲਾਏ ਆ, ਅਸੀਂ ਇਹੀ ਉਪਲਕਸ਼ ਰੱਖ ਕੇ ਚਲਾਏ ਕਿ ਲੋਕੀ ਜਦੋਂ ਵੀ ਆਉਣ ਤੇ ਉਹਨਾਂ ਦਾ ਕੰਮ ਹੋਵੇ। ਵੀ ਐਦਾਂ ਨਾ ਹੋਵੇ ਕਿ ਲੋਕੀ ਆਏ ਹੋਣ ਤੇ ਅਸੀਂ ਕਹੀਏ ਸਾਡੇ ਕੋਲ ਹੁਣ ਆ ਨਹੀਂ ਹੈ, ਡਾਕਟਰ ਨਹੀਂ ਬੈਠਾ ਜੀ, ਐਦਾਂ। ਅਸੀਂ ਚਾਹੁੰਦੇ ਹਾਂ ਜਿੱਦਾਂ ਸਾਡੇ ਕੋਲ ਡਿਮਾਂਡ ਲੋਕਾਂ ਦੀ ਆਏਗੀ, ਅਸੀਂ ਉਸ ਤਰੀਕੇ ਨਾਲ ਸੈਂਟਰ ਨੂੰ ਅੱਗੇ ਚਲਾਵਾਂਗੇ। ਬਿਲਕੁਲ, ਸਾਡੇ ਵੱਲੋਂ ਵੀ ਸ਼ੁਭਕਾਮਨਾਵਾਂ, ਪਰਮਾਤਮਾ ਤੰਦਰੁਸਤੀ ਦੇਵੇ ਤੇ ਤਰੱਕੀਆਂ ਵੀ ਦੇਵੇ। ਤੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਮੈਡੀਕਲ ਸੈਂਟਰ, ਗੁਰਦੁਆਰਾ ਬੌਲੀ ਸਾਹਿਬ ਪਾਤਸ਼ਾਹੀ 10ਵੀਂ ਢਕੌਲੀ, ਤੇ ਮੇਰੇ ਖਿਆਲ ਦੇ ਵਿੱਚ ਬਹੁਤ ਇੱਕ ਲੰਮਾ ਜੋ ਏਰੀਆ ਹੈਗਾ ਉਹ ਕੈਟਰ ਕੀਤਾ ਜਾਵੇਗਾ। ਜਿਹੜੇ ਵੀ ਪੇਸ਼ੈਂਟਸ ਕਹਿ ਲਓ ਜਾਂ ਜਿਹੜੇ ਲੋੜਵੰਦ ਪੰਚਕੂਲੇ ਤੋਂ, ਜ਼ੀਰਕਪੁਰ ਤੋਂ, ਲਾਲੜੂ ਤੋਂ, ਡੇਰਾਬੱਸੀ ਤੋਂ, ਜਾਂ ਫਿਰ ਜੇ ਆਪਾਂ ਪਟਿਆਲਾ ਰੋਡ ਦੀ ਗੱਲ ਕਰੀਏ, ਇੱਧਰਲੇ ਪਾਸਿਓਂ ਜੇ ਆਉਂਦੇ ਸੀ 22 ਸੈਕਟਰ ਗੁਰਦੁਆਰਾ ਸਾਹਿਬ ਦੇ ਵਿੱਚ ਟੈਸਟ ਕਰਵਾਉਣ ਦੇ ਲਈ, ਤਾਂ ਉਹਨਾਂ ਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ। ਤੁਹਾਡੇ ਘਰ ਦੇ ਨੇੜੇ ਹੀ ਬਿਲਕੁਲ ਮੈਡੀਕਲ ਸੈਂਟਰ ਖੁੱਲ੍ਹ ਚੁੱਕਾ ਹੈ, ਜੋ ਕਿ ਮਹਿੰਗੇ ਟੈਸਟਾਂ ਨੂੰ ਵੀ ਬੜੀਆਂ ਘੱਟ ਕੀਮਤਾਂ 'ਤੇ ਕਰਦੇ ਨੇ। ਤੇ ਉਮੀਦ ਹੈ ਕਿ ਜਿੰਨਾ ਵੀ ਲਾਹਾ ਹੋ ਸਕੇ ਤੁਸੀਂ ਇੱਥੇ ਜ਼ਰੂਰ ਉਹ ਲਓਗੇ। ਤੇ ਜਿਵੇਂ ਸਰਦਾਰ ਅੰਮ੍ਰਿਤਪਾਲ ਜੀ ਉਹਨਾਂ ਨੇ ਕਿਹਾ ਵੀ ਹੈ ਵੀ ਗੁਰੂ ਸਾਹਿਬ ਨੇ ਸੇਵਾ ਲਾਈ ਹੈ ਤੇ ਸੇਵਾ ਕਰ ਰਹੇ ਨੇ, ਤੇ ਇਹ ਸੇਵਾ ਵੀ ਨਿਰੰਤਰ ਜਾਰੀ ਰਹੇਗੀ। ਲੇਕਿਨ ਇੱਕ ਵਾਰ ਫਿਰ ਮੇਰੀ ਅਪੀਲ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਤਾਂ ਜੋ ਕਿਸੇ ਵੀ ਬੰਦੇ ਦੀ ਜਾਨ ਪੈਸਿਆਂ ਦੀ ਕਮੀ ਕਰਕੇ ਨਾ ਜਾਵੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਜ਼ੀਰਕਪੁਰ।